बिस्मिल्लाहिर्रहमानिर्रहीम अस्सलामुअलैकुम। फार्मिंग टिप्स में शाहिद अली अवान की जानिब से खुश आमदीद। नाजरीन, आज की वीडियो में आपको एक ऐसे नौजवान से मिलवाएंगे जो सऊदी अरब में काम करते थे, लेकिन अब पाकिस्तान में आके छोटा सा स्मार्ट सा डेयरी फार्म इन्होंने शुरू कर लिया है। माशाल्लाह इनका कहना है कि ये इस डेयरी फार्म से अच्छा खासा कमा रहे हैं। तो चलें इनसे मिलते हैं और इनके बिज़नेस आइडिया के ऊपर बातचीत करते हैं। लेकिन उससे पहले नए आने वाले दोस्तों से गुजारिश है कि अगर आप फार्मिंग के ऊपर नित नई अमली वीडियोस देखते रहना चाहते हैं तो चैनल को सब्सक्राइब करके घंटी का निशान दबा दें, ताकि हर नई आने वाली वीडियो की इत्तला आप तक बर वक्त पहुंच सके। तो चलें आज की वीडियो शुरू करते हैं। अस्सलाम वालेकुम। वालेकुम अस्सलाम। भाईजान की हाल चाल है? अल्हम्दुलिल्लाह, शुक्र है अल्लाह। भाईजान की ना अपना? मेरा नाम हाजी आसम चीमा। हाजी आसम चीमा साहब, माशाल्लाह ਇਹ ਜਿਹੜਾ ਨਵਾਂ ਫਾਰਮ ਤੁਸੀਂ ਬਣਾਇਆ ਹੈ, ਇਹ ਕਿੰਨਾ ਚਿਰ ਹੋਇਆ ਜੇ ਬਣਾਇਆ? ਇਹ ਹੋ ਗਏ ਨੇ 3-4 ਮਾਹ ਹੋ ਗਏ ਨੇ। 3-4 ਮਾਹ ਹੋ ਗਏ ਨੇ? ਹਾਂਜੀ। ਸਰ ਇਸ ਤੋਂ ਪਹਿਲੇ ਤੁਸੀਂ ਕੀ ਕਰਦੇ ਹੋ? ਮੈਂ ਬਾਹਰ ਹੁੰਦਾ ਹਜੇ। ਕਿੱਥੇ? ਅਰਬ ਹੁੰਦਾ ਹੈ। ਸਊਦੀ ਅਰਬ? ਸਊਦੀ ਅਰਬ ਹੁੰਦਾ। ਉੱਥੇ ਕੀ ਕੰਮ ਕਰਦੇ ਹੋ? ਉੱਥੇ ਮੈਂ ਵੱਡੀ ਗੱਡੀ ਹੈਵੀ ਚਲਾਉਣਾ, ਟਰਾਲਾ। ਅੱਛਾ ਜੀ। ਤੇ ਇੱਥੇ ਆ ਕੇ ਇਹ ਫਾਰਮ ਬਣਾਉਣ ਦਾ ਖਿਆਲ ਕਿਸ ਤਰ੍ਹਾਂ ਆਇਆ? ਇੱਥੇ ਕਰੋਨਾ ਦੀ ਵਜ੍ਹਾ ਤੋਂ ਮੈਂ ਆ ਕੇ ਤੇ ਇੱਥੇ ਮੁਸ਼ਕਲ ਹੋ ਗਈ ਤੇ ਫਿਰ ਕਰੋਨਾ ਦੀ ਵਜ੍ਹਾ ਤੋਂ ਬਾਹਰ ਜਾ ਨਹੀਂ ਸਕਿਆ। ਅੱਛਾ। ਤੇ ਪਹਿਲਾਂ ਵੀ ਆਹਾਂ 1-2 ਭੈਂਸੇ ਰੱਖੀ ਸੀ। ਅੱਛਾ। ਉਹਦੀ ਵਜ੍ਹਾ ਤੋਂ ਫਿਰ ਮਜ਼ੀਦ ਹੋਰ ਕਾਰੋਬਾਰ ਜਿਹੜਾ ਨਾ ਕਰ ਲਿਆ, ਕਿਉਂਕਿ ਹੋਰ ਤੋਂ ਕੰਮ ਕਰ ਨਹੀਂ ਸਕਦੇ। ਤੇ ਇਹ ਬੈਸਟ ਰਿਹਾ। ਗੱਡੀਆਂ ਛੱਡੀਆਂ ਹੋਰ ਕੋਈ ਇੱਥੇ ਕੰਮ ਹੋਰ ਹੈ ਹੀ ਨਹੀਂ। ਠੀਕ ਹੈ। ਇਹਦੀ ਵਜ੍ਹਾ ਤੋਂ ਮੈਂ ਸੋਚਿਆ ਕਿ ਚਲੋ ਹੋਰ ਮੱਝਾਂ ਜਿਹੜੀਆਂ ਨਾ ਲੈ ਆਉਂਦੇ ਤੇ ਚਲੋ ਘਰ ਦਾ ਸਰਕਟ ਜਿਹੜਾ ਨਾ ਬਿਹਤਰੀਨ ਚੱਲੇਗਾ। कैसा रहा तजर्बा जो तुम सोचा है कि घर का सर्किट बेहतरीन चलेगा, वो उस तरह ही होया या कुछ मुख्तलिफ होया? नहीं बेहतरीन होया, अल्लाह के फजल करम दे नाल। मुतमईन हो? हाँ जी बिल्कुल। ठीक है। अच्छा सर, यह दसिया जे कि तुसी बाहरों रह के आए हो, इत्थे भी तुसी कारोबार शुरू किया और तुसी मुतमईन हो, ਤੇ ਤੁਸੀਂ ਇਹ ਕੰਮ ਕਿੰਨੀਆਂ ਜਾਨਵਰਾਂ ਤੋਂ ਸ਼ੁਰੂ ਕੀਤਾ ਸੀ? ਫਿਰ 2 ਇੱਕ ਟਾਈਮ ਲਿਆਂਦੀਆਂ ਨੇ, ਇਸ ਤਰ੍ਹਾਂ ਹੀ ਕਰਦਿਆਂ ਫਿਰ ਮਜ਼ੀਦ ਵਧਾ ਲਈਆਂ ਨੇ। ਹੁਣ ਕਿੰਨੀਆਂ ਨੇ? ਹੁਣ ਮਾਸ਼ਾਅੱਲਾ 6 ਭੈਂਸਾਂ ਨੇ, ਇੱਕ ਗਾਈ ਹੈ। ਅੱਛਾ। ਕੋਈ ਵੇਚ ਵੀ ਛੱਡਨੇ ਆ, ਕੋਈ ਅੱਛਾ ਗਾਹਕ ਲੱਗੇ ਤੇ ਲੈ ਕੇ ਤੇ ਦੇ ਵੀ ਦਿੰਨੇ ਆ। ਯਾਨੀ ਨਾਲ ਤੁਸੀਂ ਸੇਲ ਪਰਚੇਜ਼ ਵੀ ਸ਼ੁਰੂ ਕਰ ਦਿੱਤੀ ਹੈ? ਜ਼ਬਰਦਸਤ। ਤੇ ਇਹ ਜਿਹੜਾ ਫਾਰਮ ਤੁਸੀਂ ਬਣਾਇਆ ਹੈ, ਇਹਦਾ ਆਈਡੀਆ ਤੁਸੀਂ ਕਿਸ ਤਰ੍ਹਾਂ ਦਾ ਬਣਾਇਆ ਵੀ ਇੱਥੇ ਇਹ ਚੀਜ਼ ਹੋਣੀ ਚਾਹੀਦੀ, ਇੱਥੇ ਇਹ ਚੀਜ਼ ਹੋਣੀ ਚਾਹੀਦੀ, ਕਿਸ ਤਰ੍ਹਾਂ ਸੋਚਿਆ ਤੁਸੀਂ? ਇਹ ਆਮ ਬੰਦੇ ਨੂੰ ਵੀ ਪਤਾ ਲੱਗ ਜਾਂਦਾ ਵੇ ਕਿ ਜਿਹੜਾ ਸ਼ੈੱਡ ਹੈ ਉਹ ਥੋੜਾ ਖੁੱਲਾ ਹੋਵੇ, ਹਵਾ ਸ਼ਵਾ ਜਿਹੜੀਆਂ ਭੈਂਸਾਂ ਨੂੰ ਲੱਗਣ, ਕਿਉਂਕਿ ਗਰਮੀਆਂ ਨੂੰ ਇਹ ਜ਼ਿਆਦਾ ਪ੍ਰੋਬਲਮ ਹੁੰਦੀ ਹੈ। ਅੱਛਾ। ਤੇ ਅਸੀਂ ਜਰਾ ਨਵਾਂ ਬਣਾਇਆ ਵੇ ਇਹ ਮਜ਼ੀਦ ਹਾਂ ਇਹਨੂੰ ਕਰਨਾ ਤਿਆਰ। ਕਿੰਨੇ ਮਰਲਿਆਂ 'ਚ ਬਣਾਇਆ ਜੀ? ਇਹ 7-8 ਮਰਲੇ ਜਗ੍ਹਾ ਵੇ। 7-8 ਮਰਲੇ ਜਗ੍ਹਾ 'ਚ ਤੁਸੀਂ ਇਹ ਬਣਾਇਆ? ਜੀ ਜੀ। ਇਹਦੇ ਵਿੱਚ ਤੁਸੀਂ ਸੇਨ ਵੀ ਰੱਖਿਆ ਹੈ, ਤੁਸੀਂ ਵਾਸ਼ਰੂਮ ਵੀ ਬਣਾਇਆ ਹੈ, जानवरों का उत्ते टारा भी बनाया और चारे वाला कमरा भी बनाया और एक तुसा बैंड खिलाने वाला कमरा भी बनाया। बड़ी तुसी स्मार्ट अरेंजमेंट तुसी इहदी कड्डी है। सारा पक्का फर्श कीता वे। इहदा पक्का फर्श करन दी की वजह बनी? इहदी पक्का ए वे कि गंद नहीं पैंदा। अच्छा। इहदी सफाई डेली करी दी है, सौखी हो जांदी है। उस तो बाद मझां नूं धारां शारां कड्ढण वास्ते ਜਿਹੜਾ ਨਾ कचरा दुध दे नाल नहीं जांदा, 2-3 ਵਾਰੀ ਪਹਿਲਾਂ ਨਵਾਈ ਦੀਆਂ ਨੇ, ਨਵਾ ਕੇ ਤੇ ਫਿਰ ਧਾਰਾਂ ਕੱਢੀ ਦੀਆਂ ਨੇ। ਆਂਦੇ ਨੇ ਕੱਚੇ ਜੇ ਸੌਖੇ ਰਹਿੰਦੇ ਨੇ? ਸੌਖੇ ਰਹਿੰਦੇ ਨੇ। ਬਾਹਰ ਨਾਲ ਸਾਡੇ ਕੋਲ ਜਗ੍ਹਾ ਹੋਰ ਵੀ ਕਾਫੀ, ਪੱਠੇ ਖਵਾ ਕੇ ਤੇ ਬਾਹਰ ਉਹਨਾਂ ਨੂੰ ਬੰਨ ਦੇਈਦਾ। ਠੀਕ ਹੈ। ਯਾਨੀ ਇਹ ਤੁਸੀਂ ਸਿਰਫ ਸ਼ੈੱਡ ਦੇ ਅੰਦਰ ਦੀ ਸਹੂਲਤ ਹਾਲ ਰੱਖੀ ਹੈ, ਇਹਨਾਂ ਦੀ ਰੈਸਟ ਵਾਸਤੇ ਜਗ੍ਹਾ ਤੁਸੀਂ ਬਾਹਰ ਰੱਖੀ ਹੈ? ਬੜੀ ਜਗ੍ਹਾ ਵੇ ਮਾਸ਼ਾਅੱਲਾ। ਯਾਨੀ 7 ਮਰਲੇ ਜਗ੍ਹਾ ਬਾਹਰ ਹੋਏ ਤੇ ਫਿਰ ਕਾਫੀ ਇਹਨਾਂ ਵਾਸਤੇ? ਬਹੁਤ ਜ਼ਿਆਦਾ ਵੇ। ਐਸ 7 ਮਰਲੇ ਹੈ ਤੇ 7 ਮਰਲੇ ਹੋਰ ਕਿੰਨੇ ਜਾਨਵਰ ਸਮਾ ਸਕਦੇ ਨੇ? ਕਮ ਸੇ ਕਮ 20 ਜਾਨਵਰ ਵੀ ਆਰਾਮ ਸੇ ਹੋ ਜਾਂਦੇ ਨੇ। ਇਹ ਵੀ ਜਗ੍ਹਾ ਜਿਹੜੀ ਇਹਨੂੰ ਕੱਚੀਆਂ ਰੱਖ ਲਓ, ਇੱਧਰ ਵੀ ਵੱਜ ਸਕਦੇ ਨੇ ਤੇ ਆਹਾਂ ਕਿਹਾ ਚਲੋ ਗੱਡੀ ਛੱਡੀ ਗਰਾਜ ਗਰੂਜ ਵਾਸਤੇ ਵੀ ਕੰਮ ਆਈ ਜਾਂਦੀ ਹੈ। ਅੱਛਾ। ਹਾਂਜੀ। ਇਹਦਾ ਤੁਸੀਂ 7 ਮਰਲੇ 'ਚ ਸ਼ੈੱਡ ਬਣਾਇਆ ਹੈ, ਜਗ੍ਹਾ ਦੀ ਕੀਮਤ ਨਹੀਂ ਪਾਣੀ, 4 ਦੀਵਾਰੀ ਛੱਤਾਂ, ਮਸ਼ੀਨ, ਖੁਰਲੀ, ਹਰ ਚੀਜ਼ ਦੀ ਕੀਮਤ ਪਾਣੀ, ਫਰਸ਼, ਇਹ ਕਿੰਨੇ 'ਚ ਬਣਿਆ? ਇਹ ਤਕਰੀਬਨ 10 ਲੱਖ ਰੁਪਇਆ ਖਰਚਾ ਆ ਗਿਆ ਹੈ। 10 ਲੱਖ ਖਰਚਾ? ਇਹ ਅਗਰ ਭੈਂਸਾਂ ਵਾਸਤੇ ਬਣਾਈਏ ਨਾ, ਹਾਂਜੀ, ਤੇ 5-6 ਲੱਖ 'ਚ ਵੀ ਗੁਜ਼ਾਰਾ ਜਿਹੜਾ ਬਿਹਤਰੀਨ ਹੁੰਦਾ ਵੇ। ਉਹ ਕਿਸ ਤਰ੍ਹਾਂ? ਕਿਉਂਕਿ ਇਹ 4 ਦੀਵਾਰੀ ਆਹ ਇਸ ਤਰ੍ਹਾਂ ਦੀ ਕੀਤੀ ਹੈ ਕਿ ਮਜ਼ੀਦ ਇਹਦੇ ਉੱਤੇ ਅਸੀਂ ਰਿਹਾਇਸ਼ ਜਿਹੜੀਆਂ ਨਾ ਬਣਾਉਣੀ ਸ਼ੁਰੂ ਕਰ ਦਈਏ। ਠੀਕ ਹੈ। ਠੀਕ ਹੈ। ਇਸ ਵਾਸਤੇ ਜਿਹੜੀ ਨਾ ਡਬਲ ਸਟੋਰੀ ਬਣਾ ਦਈਏ ਤੇ ਫਿਰ ਸਾਨੂੰ ਦੁਬਾਰਾ ਜਿਹੜਾ ਨਾ ਇਹ ਕੰਮ ਨਾ ਕਰਨਾ ਪਏ। ਯਾਨੀ ਤੁਸੀਂ
ਡਿਊਅਲ ਪਰਪਸ ਨਾਲ ਬਣਾਈ, ਅਗਰ ਸਿਰਫ ਮੱਝਾਂ ਵਾਸਤੇ ਬਣਾਈ ਜਾਏ ਤੇ ਇਹ ਤੋਂ ਘੱਟ ਖਰਚੇ 'ਚ ਵੀ ਸ਼ੁਰੂ ਹੋ ਸਕਦੀ ਹੈ। 3-4 ਲੱਖ 'ਚ ਬਿਹਤਰੀਨ ਕੰਮ ਹੋ ਜਾਂਦਾ ਹੈ। ਠੀਕ ਹੈ। ਤੇ ਮੱਝਾਂ ਤੁਸੀਂ ਲੈ ਕੇ ਆਏ ਹੋ, ਚਲੋ ਇੱਕ ਦੋ ਅਕਸਰ ਲੋਕਾਂ ਕੋਲ ਘਰ ਹੁੰਦੀ ਹੈ, ਤੇ ਨਵੀਆਂ ਤੁਸੀਂ ਕਿੰਨੀਆਂ ਲਿਆਂਦੀਆਂ ਇਸ ਟਾਈਮ? ਟੋਟਲ ਕਿੰਨੀਆਂ ਨੇ ਇਸ ਟਾਈਮ? 2 ਸਾਡੇ ਕੋਲ ਆਪਣੀਆਂ ਘਰ ਦੀਆਂ ਨੇ। ਅੱਛਾ। ਸ਼ੁਰੂ ਤੋਂ ਆਂਡੀਆਂ ਨੇ, ਝੋਟੀਆਂ ਨੇ ਸਾਡੇ ਕੋਲ। ਅੱਛਾ। ਤੇ 4 ਮੱਝਾਂ ਅਸੀਂ ਜਿਹੜੀਆਂ ਨਾ ਲੈ ਕੇ ਆਏ ਬਾਹਰੋਂ। ਕਿੱਥੋਂ ਲਿਆਂਦੀਆਂ ਹਜੇ? ਉਹ ਲਿਆਂਦੀਆਂ ਨੇ ਆਪਣਾ ਇੱਕ ਕਾਲੇ ਦੀ ਤੇ 3 ਜਿਹੜੀਆਂ ਨੇ ਉਹ ਨੀਲੀ ਰਾਵੀ ਦੀਆਂ ਲੈ ਕੇ ਆਏ। ਅੱਛਾ। ਹਾਂਜੀ। ਕਿੰਨੇ ਦੀਆਂ ਮਿਲ ਗਈਆਂ ਸਨ ਉਦੋਂ? ਤਕਰੀਬਨ ਸਾਨੂੰ ਮਿਲੀਆਂ ਨੇ ਅੱਜ ਤੋਂ 3 ਕੁ ਪਹਿਲਾਂ ਮਿਲੀਆਂ ਨੇ, ਤੇ 2.5 ਲੱਖ 2 ਲੱਖ 2.5 ਲੱਖ ਦੀ ਮੱਝ ਜਿਹੜੀ 2 ਤੋਂ 2.5 ਲੱਖ। ਹਾਂਜੀ। ਉਹ ਕਾੜੇ ਵਾਲੇ ਦਾ ਤਜਰਬਾ ਸਹੀ ਰਿਹਾ ਜਾਂ ਨੀਲੀ ਰਾਵੀ ਦਾ? ਦੋਵੇਂ ਠੀਕ ਨੇ। ਦੋਵੇਂ ਠੀਕ ਨੇ। ਜ਼ਬਰਦਸਤ। ਤੇ ਦੁੱਧ ਦੇਣ ਵਾਲੇ ਜਾਨਵਰ ਫਾਰਮ 'ਚ ਇਸ ਟਾਈਮ ਕਿੰਨੇ? ਦੁੱਧ ਦੇਣ ਵਾਲੇ 5 ਜਾਨਵਰ ਨੇ। ਤੇ ਕਿੰਨਾ ਫਾਰਮ 'ਚ ਦੁੱਧ ਮਿਲਦਾ ਪਿਆ ਸਵੇਰ ਸ਼ਾਮ ਦਾ? ਸਵੇਰ ਟਾਈਮ 40 ਕਿਲੋ ਦੁੱਧ ਹੋ ਜਾਂਦਾ ਸਾਡਾ ਮਾਸ਼ਾਅੱਲਾ। ਸਵੇਰ ਸ਼ਾਮ ਮਾਸ਼ਾਅੱਲਾ। ਤੇ ਸੇਲ ਕਿੰਨਾ ਹੁੰਦਾ? ਸੇਲ ਅਸੀਂ ਕਰ ਦਿੰਦੇ ਆ ਕੋਈ 35 ਕਿਲੋ ਕਰ ਦਿੰਦੇ, ਬਾਕੀ ਅਸੀਂ ਕਿਸ ਰੇਟ ਤੇ ਸੇਲ ਹੁੰਦਾ? 110 ਰੁਪਏ ਅਸੀਂ ਸੇਲ ਕਰਨੇ ਮਾਸ਼ਾਅੱਲਾ। ਤੇ ਪੱਠੇ ਇਹਨਾਂ ਨੂੰ ਮੁੱਲ ਤੇ ਪਾਉਂਦੇ ਹੋ ਜਾਂ ਆਪਣੇ ਬੀਜੇ 'ਚ? ਆਪਣੇ ਵੀ ਨੇ, ਤੇ ਕਦੀ ਘੱਟ ਵੀ ਜਾਣ ਫਿਰ ਮੁੱਲ ਲੈਣੇ ਵੀ ਪੈਂਦੇ ਨੇ। ਅੱਛਾ ਜੀ। ਖਰਚਾ ਕਿੰਨਾ ਕੁ ਕਰਾ ਦਿੰਦਾ ਇੱਕ ਜਾਨਵਰ? ਇੱਕ ਜਾਨਵਰ ਜਿਹੜਾ ਦਾ ਖਰਚਾ ਜਿਹੜਾ ਨਾ 10,000 ਰੁਪਏ ਆ ਜਾਂਦਾ ਫਿਰ। 10,000 ਇੱਕ ਮਾਹ ਦਾ? ਇੱਕ ਮਹੀਨੇ ਦਾ। ਤੇ ਉਹਦੇ ਕੋਲੋਂ ਹਾਸਲ ਕੀ ਹੁੰਦਾ ਇੱਕ ਮਹੀਨੇ 'ਚ? ਇੱਕ ਮਹੀਨੇ ਮਾਸ਼ਾਅੱਲਾ ਉਹਦੇ ਕੋਲੋਂ 40 ਕਿਲੋ 40,000 ਰੁਪਇਆ ਜਿਹੜਾ ਨਾ ਦਿੰਦਾ ਜਾਨਵਰ, ਅਗਰ ਅੱਛਾ ਜਾਨਵਰ ਹੋਵੇ ਤੇ। ਅੱਛਾ। ਤੇ 10,000 ਖਰਚੇ ਵਿੱਚ ਤੁਸੀਂ ਸਿਰਫ ਖੁਰਾਕ ਦੇ ਖਰਚੇ ਪਾਏ ਨੇ ਜਾਂ ਮਜ਼ਦੂਰੀ ਦਾ ਪਾਇਆ? ਮਜ਼ਦੂਰੀ ਤੇ ਚਲੋ ਇੱਕ ਮੱਝ ਵਾਸਤੇ ਵੀ ਰਹਿਣਾ, 2 ਮੱਝਾਂ ਵਾਸਤੇ ਵੀ ਰਹਿਣਾ, ਉਹ ਤੇ ਫਿਰ। ਅੱਛਾ, ਸਿਰਫ ਤੁਸੀਂ ਖੁਰਾਕ ਦਾ ਖਰਚਾ ਦਿੱਤਾ? ਖੁਰਾਕ ਰੱਖਿਆ, ਖੁਰਾਕ ਦੀ। ਠੀਕ ਹੈ। ਅੱਛਾ, ਜਿਹੜੀ ਮੱਝ ਸਭ ਤੋਂ ਪਹਿਲੇ ਬਜ਼ੁਰਗਾਂ ਨੇ ਵਹਾਈ ਸੀ, ਉਹ ਵੀਡੀਓ ਕਲਿੱਪ ਤੇ ਮੈਂ ਲਾ ਦਾਂਗਾ, ਕਿਆ ਉਹ ਬਰਾਏ ਫਰੋਖਤ ਹੈ? ਜੀ ਜੀ, ਉਹ ਬਰਾਏ ਫਰੋਖਤ ਅਸੀਂ ਦੇਣਾ ਚਾਹੁੰਦੇ ਹਾਂ, ਕਿਉਂਕਿ ਸਾਡੇ ਕੋਲ ਨਾ ਡੰਗਰ ਵਗੈਰਾ ਜ਼ਿਆਦਾ ਹੋ ਗਏ ਨੇ। ਅੱਛਾ। ਤੇ ਇਸ ਵਾਸਤੇ ਮੈਂ ਆਨਾ ਤੇ ਅੱਛੇ ਪੈਸੇ ਮਿਲੇ ਨੇ, ਸਾਡੀ ਮੱਝ ਬਹੁਤ ਅੱਛੀ ਹੋ। ਕਿੰਨਾ ਦੁੱਧ ਦਿੰਦੀ ਹੈ ਉਹ ਮੱਝ? ਸਾਡੇ ਕੋਲ ਪਿਛਲੇ ਸੂਏ ਤੇ ਦਿੰਦੀ ਰਹੀ ਹੈ 16-17 ਕਿਲੋ ਦੁੱਧ ਦਿੰਦੀ। ਅੱਛਾ ਜੀ। ਤੇ ਹੁਣ ਇਨਸ਼ਾਅੱਲਾ ਇਹ ਕੱਲ ਸੂਈ ਹੈ ਤੇ ਵੇਖੋ ਹੁਣ। ਅੱਛਾ, ਅੱਲਾ ਖੈਰ ਕਰੇਗਾ। ਕਿਹੜੇ ਇਲਾਕੇ ਦੀ ਮੱਝ ਆ ਉਹ? ਕਾੜੇ ਦੀ। ਤੇ ਕਿੰਨਵੇਂ ਸੂਏ ਹੈ? ਉਹ ਤੀਸਰੇ ਸੂਏ ਹੁਣ ਸੂਈ ਹੈ। ਠੀਕ ਹੈ। ਤੇ ਇਹਦੀ ਤੁਹਾਡੀ ਡਿਮਾਂਡ ਕੀ ਹੈ? ਇਹਦੀ ਡਿਮਾਂਡ ਜਿਹੜੀ ਹੈ ਅਸੀਂ ਤੇ 3 ਲੱਖ ਰੁਪਏ ਆਨੇ ਆ। ਤੇ ਫਾਈਨਲ ਕਿੱਥੋਂ ਤੱਕ ਦੇਣੀ ਹੈ? ਫਾਈਨਲ ਚਲੋ ਕੋਈ ਕਰ ਲਾਂਗੇ, ਮੱਝ ਕਿਸੇ ਨੂੰ ਪਸੰਦ ਆਵੇ ਤੇ ਫਿਰ ਦੇਖ ਲਾਂਗੇ। ਅੱਛਾ, ਯਾਨੀ ਪਹਿਲੇ ਕੋਈ ਪਸੰਦ करे तो उसके बाद रेट करोगे? चलो अपना नंबर बोल दो, स्क्रीन पे भी लिख देंगे, नंबर बोल दो अगर किसी रब्ता करना हो। 0341 जी जी 470 जी जी 4248 4248 जी। ठीक है। ਅੱਛਾ ਸਰ, ਤੁਸੀਂ ਸਾਊਦੀ ਅਰਬ 'ਚ ਵੀ ਕੰਮ ਕਰਦੇ ਰਹੇ ਹੋ ਟਰਾਲੇ ਦਾ, ਤੇ ਜਿਹੜੇ ਦੋਸਤ ਇਸ ਤਰ੍ਹਾਂ ਦੇ ਕੰਮ ਕਰਦੇ ਨੇ, ਮਤਲਬ ਕੋਈ ਤੁਹਾਨੂੰ ਅੰਦਾਜ਼ਾ ਹੀ ਹੋਏਗਾ ਕਿ ਕਿੰਨੀ ਕਿ ਉੱਥੇ ਇਨਕਮ ਉਹਨਾਂ ਦੀ ਹੋਏਗੀ। ਤੇ ਇੱਥੇ ਦਾ ਇਸ ਕਾਰੋਬਾਰ ਦਾ ਮੁਆਜ਼ਨਾ ਕੀਤਾ ਜਾਏ ਕਿ ਤੁਸੀਂ ਘਰ ਵੀ ਰਹਿੰਦੇ ਹੋ, ਫੈਮਿਲੀ 'ਚ ਵੀ ਰਹਿੰਦੇ ਹੋ ਔਰ ਪ੍ਰੋਫਿਟ ਵੀ, ਤੇ ਤੁਸੀਂ ਕਿਹਨੂੰ ਫੋਕਸ ਦੇਵੋਗੇ ਕਿ ਉਹ ਕਾਰੋਬਾਰ ਠੀਕ ਨਹੀਂ ਜਾਂ ਇੱਥੇ ਆਪਣਾ ਕਾਰੋਬਾਰ ਠੀਕ? ਬਿਹਤਰੀਨ ਹੈ ਅਲਹਮਦੁਲਿਲਾ। ਬੱਚਿਆਂ ਦੇ ਕੋਲ ਆ ਦਿਨ ਰਾਤ, ਇਨਸ਼ਾਅੱਲਾ ਕੋਈ ਟੈਨਸ਼ਨ ਨਹੀਂ, ਕੋਈ ਗਮੀ ਖੁਸ਼ੀ ਤੇ ਅਸੀਂ ਪਹੁੰਚ ਰਹੇ ਹਾਂ। ਠੀਕ ਹੈ। ਉੱਥੇ ਤੇ ਕਦੀ ਪਤਾ ਹੀ ਨਹੀਂ ਕਿ ਬਸ ਫੋਨ ਤੇ ਰਾਬਤਾ ਜਾਂ ਕੋਈ ਪਿੱਛੇ ਕੋਈ ਵੀ ਐਸਾ ਮਸਲਾ ਬਣ ਜਾਂਦਾ ਵੇ ਤੇ ਜੀ ਇਹ ਤੇ ਬੈਸਟ ਇਹ ਵੇ ਕਿ ਇੱਥੇ ਆਪਣਾ ਕੰਮ ਸ਼ੁਰੂ ਕਰੋ। ਇੱਥੇ ਬਣਦੇ ਨੇ ਕਿ ਬਾਹਰ ਬਣਦੇ ਨੇ? ਪੈਸੇ ਇੱਥੇ ਵੀ ਕਮਾ ਸਕਨੇ ਆ ਅਗਰ ਬੰਦੇ 'ਚ ਹਿੰਮਤ ਹੋਵੇ, ਨੀਅਤ ਠੀਕ ਹੋਏ। ਅੱਲਾਹ ਪਾਕ ਇਨਸ਼ਾਅੱਲਾ ਰੋਟੀ ਦਿੰਦੇ ਨੇ, ਇੱਥੇ ਵੀ ਬਿਹਤਰੀਨ ਰੋਟੀ ਚੱਲਦੀ ਹੈ। ਜਿੰਨੀ ਮਿਹਨਤ ਤੁਸੀਂ ਬਾਹਰ ਕਰਦੇ ਹੋ ਉਨੀ ਇੱਥੇ ਕਰੋ ਤਾਂ ਉਹਨੇ ਪੈਸੇ ਬਣ ਜਾਂਦੇ? ਜ਼ਿਆਦਾ ਬਣਦੀ। ਜ਼ਿਆਦਾ ਬਣਦੇ? ਅੱਛਾ, ਇਹਦਾ ਮਤਲਬ ਹੈ ਕਿ ਇੱਥੋਂ ਦੇ ਲੋਕ ਜ਼ਿਆਦਾਤਰ ਇੱਥੇ ਰਹਿ ਕੇ ਮਿਹਨਤ ਇੰਨੀ ਨਹੀਂ ਕਰਦੇ? ਨਹੀਂ, ਇੱਥੇ ਬਸ ਉਹ ਕਹਿੰਦੇ ਨੇ ਕਿ ਬਾਹਰ ਜਿਹੜਾ ਨਾ ਬਾਹਰ ਪਤਾ ਨਹੀਂ ਕਿਹੜੀ ਸ਼ਾਇਦ ਦਰਖਤਾਂ ਨਾਲ ਪੈਸੇ ਲੱਗੇ ਜਾ ਕੇ ਬਸ ਲਾ ਲੈਣੇ ਨੇ। ਠੀਕ ਹੈ। ਜਦੋਂ ਜਾਂਦੇ ਨੇ ਪਤਾ ਫੇਰ ਲੱਗਦਾ ਵੇ। ਠੀਕ ਹੋ ਗਿਆ। ਅੱਛਾ ਸਰ, ਇਹ ਦੱਸਿਆ ਜੇ ਕਿ ਜਿਨ੍ਹਾਂ ਦੇ ਤੁਸੀਂ ਜਾਨਵਰ ਲਏ ਨੇ, ਤੁਹਾਨੂੰ ਇਹਨਾਂ 'ਚ ਕੋਈ ਮੁਸ਼ਕਲ ਵੀ ਫੇਸ ਕਰਨੀ ਪਈ ਕਿਸ ਕਿਸਮ ਦੀ? ਨਹੀਂ, ਅਲਹਮਦੁਲਿਲਾ ਕੋਈ ਐਸਾ ਕੋਈ ਮਸਲਾ। ਕੋਈ ਜਾਨਵਰ ਕਦੀ ਬਿਮਾਰ ਵੀ ਹੁੰਦਾ? ਨਹੀਂ ਨਹੀਂ, ਅਲਹਮਦੁਲਿਲਾ। ਜਾਨਵਰ ਨੂੰ ਅੱਛਾ ਚਾਰਾ ਦਿਓ, ਅੱਛੀ ਖੁਰਾਕ ਦਿਓ, ਤੇ ਉਹ ਸਾਫ ਪਾਣੀ ਦਿਓ, ਉਹਨਾਂ ਨੂੰ ਨਹਾਓ, ਸਰਦੀਆਂ ਨੂੰ ਅੱਛੀ ਉਹਨਾਂ ਦੀ ਸ਼ੈੱਡ ਅੱਛਾ ਬਣਾਓ, ਗਰਮੀਆਂ ਨੂੰ ਨਹਾਓ 2-3 ਵਾਰੀ ਦਫਾ। ਤੇ ਗਾਂ ਤੋਂ ਇੱਕ ਰੱਖੀ, ਮੱਝਾਂ ਜ਼ਿਆਦਾ ਰੱਖੀਆਂ ਨੇ, ਗਾਈਆਂ ਜ਼ਿਆਦਾ ਕਿਉਂ ਨਹੀਂ ਰੱਖੀਆਂ? ਗਾਂ ਘਰ ਵਾਸਤੇ ਰੱਖੀ ਹੈ। ਹਾਂ। ਅੱਛਾ। ਬੱਚਿਆਂ ਨੂੰ ਨਾ ਦੁੱਧ ਜਿਹੜਾ ਨਾ ਬੱਚਿਆਂ ਵਾਸਤੇ ਜ਼ਿਆਦਾ ਜਿਹੜਾ ਨਾ ਦੁੱਧ। ਗਾਂ ਦੀ ਕਿਹੜੀ ਨਸਲ? ਗਾਂ ਵਾਸਤੇ, ਉਹ ਘਰ ਦੇ ਵਾਸਤੇ। ਤੇ ਇਹਦਾ ਦੁੱਧ ਵੇਚਦਾ ਨਹੀਂ ਗਾਂ ਦਾ? ਵੇਚਦਾ ਦੁੱਧ ਬੜੇ ਲੈਂਦੇ ਨੇ, ਪਰ ਅਸੀਂ ਜਿਹੜਾ ਨਾ ਘਰ ਯੂਜ਼ ਕਰਨੇ, ਇਸਤੇਮਾਲ ਕਰਨੇ। ਠੀਕ ਹੈ।
ਤੇ ਟੋਟਲ ਤੁਹਾਨੂੰ ਮਤਲਬ ਕਿ ਇਹਦੀ ਗਾਈ ਕਿੰਨਾ ਦੁੱਧ ਰੋਜ਼ਾਨਾ ਦਿੰਦੀ ਹੈ? ਇਹ ਗਾਈ ਆਪਣਾ ਦਿੰਦੀ ਹੈ 13-14 ਕਿਲੋ ਦੁੱਧ ਦਿੰਦੀ ਹੈ। ਮੱਝਾਂ ਤੋਂ ਜਿਹਨੇ ਹਾਈਐਸਟ ਦੁੱਧ ਦਿੱਤਾ ਉਹਨੇ ਅੱਜ ਤੱਕ ਕਿੰਨਾ ਦਿੱਤਾ ਜੀ? ਸਾਡੇ ਕੋਲ ਮੱਝ ਜਿਹੜੀ ਹੈ ਸਭ ਤੋਂ ਜ਼ਿਆਦਾ ਦੁੱਧ ਦਿੰਦੀ ਉਹ ਹੀ ਹੈ ਜਿਹੜੀ ਹੈ ਆਪਣਾ ਕਾੜੇ ਦੀ ਮੱਝ ਇਹ ਦਿੱਤਾ ਹੈ ਜਿਹੜੀ ਹੁਣ ਸੂਈ ਹੈ। ਜਿਹੜੀ ਹੁਣ ਸੂਈ ਹੈ। ਠੀਕ ਹੈ। ਇਸ ਤੋਂ ਇਲਾਵਾ ਕੀ ਹੋਰ ਕੋਈ ਜਾਨਵਰ ਵੀ ਸਿਰਫ ਫਾਰ ਸੇਲ ਹੈ ਜੇ? ਫਾਰ ਸੇਲ ਹੈ ਜਿਹੜੀ ਮੱਝ ਹੈ ਸਾਡੇ ਕੋਲ ਹੈ ਉੱਠ ਕੇ ਆਇਓ ਦੱਸਿਓ। ਇਹ ਜਿਹੜੀ ਕਿਹਦੀ ਗੱਟੀ ਹੈ? ਇਹ ਮੱਝ ਇਹ ਝੋਟੀ ਹੈ। ਦੂਸਰੇ ਸੂਏ ਝੋਟੀ ਹੋਈ ਹੈ। ਕਿੱਥੋਂ ਦੀ ਹੈ? ਇਹ ਨੀਲੀ ਦੀ ਜੀ। ਤੇ ਇਹਨੇ ਤੁਹਾਡੇ ਕੋਲ ਪਿਛਲੇ ਸੂਏ ਕੀ ਦਿੱਤਾ ਤੇ ਇਸ ਸੂਏ ਕੀ ਹੈ? ਇਹ ਸਾਡੇ ਕੋਲ ਐਤਕੀ ਆਹ ਲਿਆਂਦੀ ਹੈ, ਪਿਛਲੇ ਸੂਏ ਨਹੀਂ ਲਿਆਂਦੀ। ਅੱਛਾ। ਐਤਕੀ ਅਸੀਂ ਇਹਨੂੰ ਲਿਆਂਦਾ ਤੇ ਇਹਦੇ ਥੱਲੇ 14 ਕਿਲੋ ਦੁੱਧ ਹੈ ਇਸ ਟਾਈਮ। 14 ਕਿਲੋ? ਕਿੰਨੇ ਦਿਨ ਹੋ ਗਏ ਸੂਈਆਂ ਨੂੰ? ਇਹਨੂੰ ਹੋ ਗਏ 12 ਤੋਂ 13 ਦਿਨ ਹੋ ਗਏ। ਤੇ ਕੀ ਇਹਦਾ ਫਾਈਨਲ ਪਿਆਰ ਮੈਂ ਬਤਾ ਲੈ ਰੇਟ? ਇਹਦਾ 280। ਇਹਨੇ ਸਾਫ਼ ਹੋਣਾ है, आटा शटा सुटेगी, मैला सुटेगी तो फिर मजीद बेहतर होगी। ठीक है, बहुत अच्छे सर, बहुत अच्छा लगा था मिल के, बहुत शुक्रिया। अस्सलाम वालेकुम। वालेकुम अस्सलाम।